गुरु निवाजी साध संगत जीओ, आप जी सतगुरु जी दी परम पवित्र हजूरी अंदर सज बैठे हो। नितनेम दी बाणी दा पाठ ਅਤੇ गुरबाणी कीर्तन आप जी ने ਸਰਵਨ ਕੀਤਾ है। आओ हुण अपनियां मनोबिरतियां गुरबाणी दी विचारधारा नाल जोड़िए। अज जो श्री गुरु अर्जन देव साहिब जी दे पवित्र बचन आपां समझण दी कोशिश करनी है। ਇਹ ਸੁਖਮਨੀ ਸਾਹਿਬ ਜੀ ਦੀ 21ਵੀਂ ਅਸ਼ਟਪਦੀ ਦਾ 8ਵਾਂ ਬੰਦ ਹੈ ਅਤੇ ਅਖੀਰਲਾ ਬੰਦ ਹੈ। ਇਸ ਤੋਂ ਅੱਗੇ 22ਵੀਂ ਅਸ਼ਟਪਦੀ ਪ੍ਰਾਰੰਭ ਹੋਵੇਗੀ। ਇਸ ਅਸ਼ਟਪਦੀ ਦੇ ਅੰਦਰ ਸਤਿਗੁਰੂ ਜੀ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਰੇ ਬੜੀ ਵਿਸਥਾਰ ਨਾਲ ਜਾਣਕਾਰੀ ਬਖਸ਼ਿਸ਼ ਕੀਤੀ। ਉਸ ਦੇ ਦੋ ਸਵਰੂਪ ਅਤੇ ਤੀਸਰੀ ਸੁੰਨ ਅਵਸਥਾ ਉਸ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ। ਸਰਗੁਣ, ਨਿਰਗੁਣ, ਨਿਰੰਕਾਰ, ਸੁੰਨ ਸਮਾਧੀ ਆਪ। ਜਿੱਥੇ ਸਾਨੂੰ ਉਸ ਮਾਲਕ ਦੇ ਇਹਨਾਂ ਗੁਣਾਂ ਬਾਰੇ ਸਾਹਿਬ ਜੀ ਨੇ ਜਾਣਕਾਰੀ ਬਖਸ਼ਿਸ਼ ਕੀਤੀ, ਉਹਦੇ ਨਾਲ ਨਾਲ ਇਹ ਵੀ ਸਮਝਾ ਦਿੱਤਾ ਕਿ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਸ ਮਾਲਕ ਨੇ ਸਾਰੀ ਰਚਨਾ ਆਪ ਰਚੀ ਏ, ਸਾਰੀ ਰਚਨਾ ਵਿੱਚ ਆਪ ਬਿਰਾਜਮਾਨ ਹੈ ਤੇ ਆਪ ਹੀ ਆਪਣੇ ਆਪ ਨੂੰ ਜਪ ਰਿਹਾ ਹੈ। ਜੀਵਾਂ ਦੇ ਰਾਹੀਂ, ਵਨਸਪਤੀ ਦੇ ਰਾਹੀਂ, ਪੌਣ ਪਾਣੀ ਤੇ ਬੈਸੰਤਰ ਦੇ ਰਾਹੀਂ ਜਦੋਂ ਆਪਾਂ ਸੋਦਰ ਦਾ ਪਹਿਲਾ ਸ਼ਬਦ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਕਿੰਨਾ ਸੋਹਣਾ ਸਾਨੂੰ ਸਮਝਾਉਂਦੇ ਨੇ ਕਿ ਉਸ ਮਾਲਕ ਨੂੰ ਕੇਵਲ ਇਨਸਾਨ ਹੀ ਨਹੀਂ ਗਾ ਰਿਹਾ, ਕੇਵਲ ਜਿੰਦਾ ਚੀਜ਼ਾਂ ਹੀ ਨਹੀਂ ਉਹਦਾ ਸਿਮਰਨ ਕਰਦੀਆਂ, ਸਗੋਂ ਹਰ ਦਿਸਦੀ ਤੇ ਅਣਦਿਸਦੀ ਵਸਤੂ, ਹਰ ਜਿੰਦ ਵਾਲੀ ਤੇ ਨਿਰਜਿੰਦ ਵਸਤੂ ਉਸ ਮਾਲਕ ਦਾ ਸਿਮਰਨ ਕਰ ਰਹੀ ਹੈ, ਉਸ ਨੂੰ ਯਾਦ ਕਰ ਰਹੀ ਹੈ, ਉਸ ਦੇ ਗੁਣ ਗਾ ਰਹੀ ਹੈ। ਸੋ ਇਸ ਤਰ੍ਹਾਂ ਉਹਨੇ ਆਪ ਹੀ ਇਹ ਬ੍ਰਹਿਮੰਡੀ ਰਚਨਾ ਰਚੀ ਤੇ ਉਹਦੇ ਵਿੱਚ ਵਸਦਾ ਹੋਇਆ ਉਹ ਇਸ ਰਚਨਾ ਦੁਆਰਾ ਆਪਣੇ ਆਪ ਨੂੰ ਆਪ ਹੀ ਜਪ ਰਿਹਾ ਹੈ, ਆਪ ਹੀ ਯਾਦ ਕਰ ਰਿਹਾ ਹੈ। ਸੋ ਇਹ 60ਵੇਂ ਬੰਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਇੱਕ ਬੜੀ ਹੀ ਕਮਾਲ ਦੀ ਵਿਚਾਰਧਾਰਾ ਬਖਸ਼ਿਸ਼ ਕੀਤੀ। ਉਹਨਾਂ ਦੀਆਂ ਵਿਚਾਰਧਾਰਾਵਾਂ ਸਾਰੀਆਂ ਹੀ ਕਮਾਲ ਦੀਆਂ ਨੇ, ਪਰ ਵੇਖੋ ਰੱਬ ਦਾ ਸੰਬੰਧ ਤੇ ਭਗਤ ਦਾ ਸੰਬੰਧ ਜਾਂ ਸੰਤ ਦਾ ਸੰਬੰਧ ਉਹ ਕਿੰਨਾ ਨੇੜੇ ਦਾ ਸਾਨੂੰ ਦੱਸਦੇ ਨੇ। ਔਰ ਜਿਸ ਗੱਲ ਤੋਂ ਇਹ ਸਮਝ ਪੈਂਦੀ ਹੈ ਕਿ ਜੇ ਅਸੀਂ ਪਰਮਾਤਮਾ ਨੂੰ ਹੁਣ ਜਾਣਦੇ ਹਾਂ, ਵਾਹਿਗੁਰੂ ਨੂੰ, ਰਾਮ ਖੁਦਾ ਨੂੰ ਆਪਾਂ ਜੇ ਜਾਣਦੇ ਹਾਂ ਤੇ ਉਹ ਸੰਤਾਂ ਕਰਕੇ ਹੀ ਜਾਣਦੇ ਆ। ਜੇ ਸੰਸਾਰ ਵਿੱਚ ਸੰਤ ਮਹਾਂਪੁਰਸ਼ ਗੁਰੂ ਜਨ ਨਾ ਹੋਣ ਤੇ ਆਪਾਂ ਰੱਬ ਨੂੰ ਕਿਵੇਂ ਜਾਣ ਸਕੀਏ। ਸੋ ਸੰਤਾਂ ਮਹਾਂਪੁਰਸ਼ਾਂ ਦਾ, ਭਗਤ ਜਨਾਂ ਦਾ ਤੇ ਰੱਬ ਦਾ ਆਪਸੀ ਕਿੰਨਾ ਨੇੜੇ ਦਾ ਰਿਸ਼ਤਾ, ਸਗੋਂ ਨੇੜੇ ਦਾ ਰਿਸ਼ਤਾ ਵੀ ਜੇ ਨਾ ਆਖੀਏ, ਉਹ ਕਿਵੇਂ ਆਪਸ ਵਿੱਚ ਇੱਕ ਮਿੱਕ ਨੇ, ਉਹਨਾਂ ਨੂੰ ਜੁਦਾ ਕੀਤਾ ਹੀ ਨਹੀਂ ਜਾ ਸਕਦਾ। ਸੋ ਇਸ ਬੰਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਭਗਤ, ਸੰਤ ਤੇ ਪਰਮਾਤਮਾ ਦੇ ਬਾਰੇ ਜਾਣਕਾਰੀ ਦਿੰਦਿਆਂ ਇਹ ਗੱਲ ਸਮਝਾ ਦਿੱਤੀ ਹੈ
ਕਿ ਇਹ ਜਿਹੜੀ ਸੰਤਾਂ ਮਹਾਂਪੁਰਸ਼ਾਂ ਦੀ ਇਸ ਜਗਤ ਵਿੱਚ ਵਡਿਆਈ ਏ, ਉਹਨਾਂ ਦੀ ਸ਼ੋਭਾ ਏ, ਇਹ ਪਰਮਾਤਮਾ ਨੇ ਆਪ ਹੀ ਸਭ ਕੁਝ ਕੀਤਾ ਹੈ। ਤੇ ਇੱਥੋਂ ਤੱਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ ਕਿ ਅਸਲ ਵਿੱਚ ਇਹ ਸ੍ਰਿਸ਼ਟੀ ਦੀ ਰਚਨਾ ਹੀ ਸੰਤਾਂ ਕਰਕੇ ਹੋਈ। ਆਪਾਂ ਦੇ ਵਿੱਚ ਐਵੇਂ ਤੁਰੇ ਫਿਰਦੇ ਹਾਂ, ਆਪਾਂ ਖਰਾਬੀਆਂ ਹੀ ਪੈਦਾ ਕਰਦੇ ਹਾਂ ਸੰਸਾਰ ਵਿੱਚ। ਅਸਲ ਵਿੱਚ ਇਹ ਪੂਰਾ ਬ੍ਰਹਿਮੰਡ ਬਣਾਇਆ ਹੀ ਸੰਤਾਂ ਲਈ ਗਿਆ ਹੈ। ਤੇ ਸ਼ਾਇਦ ਰੱਬ ਜੀ ਐਸਾ ਵੀ ਸੋਚਦੇ ਹੋਣ ਕਿ ਇਹ ਸਾਰੇ ਸੰਤ ਹੀ ਨੇ, ਪਰ ਅਸੀਂ ਸੀ ਤੇ ਸੰਤਾਂ ਦਾ ਹੀ ਰੂਪ, ਪਰ ਮਾਇਆ ਦੇ ਪ੍ਰਭਾਵ ਕਾਰਨ ਅਸੀਂ ਸੰਤ ਨਾ ਰਹੇ, ਆਪਾਂ ਅਸੰਤ ਬਣ ਗਏ। ਬਸ ਇੰਨੀ ਕੀ ਗੱਲ ਹੈ, ਮਾਇਆ ਦੇ ਮੋਹ ਦਾ, ਮਾਇਆ ਦੇ ਪ੍ਰਭਾਵ ਦਾ ਪਰਦਾ ਆਪਣੇ ਮਨ ਉੱਤੋਂ ਉਤਾਰਨ ਦੀ ਜ਼ਰੂਰਤ ਹੈ। ਜਿਸ ਦਿਨ ਕਿਸੇ ਵੀ ਭਾਗਾਂ ਵਾਲੇ ਦੇ ਮਨ ਤੋਂ ਮਾਇਆ ਦੇ ਪ੍ਰਭਾਵ ਦਾ ਪਰਦਾ ਲੱਥ ਗਿਆ, ਉਸ ਦਿਨ ਉਹ ਸੰਤ ਹੀ ਹੈ। ਅਸਲ 'ਚ ਸਾਡਾ ਨਿੱਜ ਸਵਰੂਪ ਸੰਤ ਹੈ। ਸੋ ਆਓ ਆਪਾਂ ਇਸ ਗੱਲ ਨੂੰ ਹੁਣ ਗੁਰੂ ਸਾਹਿਬ ਜੀ ਦੀ ਬਾਣੀ ਦੁਆਰਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਹ ਆਭਿਗਤ ਭਗਤ ਤਹ ਆਪ। ਅਭਿਗਤ ਦਾ ਅਰਥ ਵਿਦਵਾਨ ਇਸ ਤਰ੍ਹਾਂ ਕਰਦੇ ਨੇ, ਅਵਿਅਕਤ। ਇੱਕ ਵਿਅਕਤੀ ਹੁੰਦਾ ਹੈ, ਜਿਵੇਂ ਆਪਾਂ ਹਾਂ, ਆਪਣਾ ਸਵਰੂਪ ਹੈ, ਆਪਣਾ ਆਕਾਰ ਹੈ, ਆਪਣਾ ਇੱਕ ਵਜੂਦ ਹੈ, ਤੇ ਇਸ ਵਜੂਦ ਨੂੰ, ਇਸ ਆਕਾਰ ਨੂੰ ਆਪਾਂ ਵਿਅਕਤੀ ਮੰਨਦੇ ਹਾਂ। ਤੇ ਜੇ ਵਿਅਕਤੀ ਦਾ ਆਪੋਜ਼ਿਟ ਸ਼ਬਦ ਲੱਭਣਾ ਹੋਵੇ ਤੇ ਕੀ ਲੱਭਾਂਗੇ? ਅਵਿਅਕਤੀ। ਇਹ ਸ਼ਬਦ ਅਭਿਗਤ ਅਵਿਅਕਤੀ ਦਾ ਅਰਥ ਰੱਖਦਾ ਹੈ। ਅਵਿਅਕਤੀ ਦਾ ਮਤਲਬ ਹੈ, ਵਿਅਕਤੀ ਦਾ ਮਤਲਬ ਹੈ ਦਿਸਣ ਵਾਲਾ ਸਰੀਰ ਜਾਂ ਵਜੂਦ। ਅਵਿਅਕਤੀ ਜਿਹੜੀ ਦਿਸਣ ਵਾਲੀ ਹਸਤੀ ਨਹੀਂ, ਜਿਹੜਾ ਸਰੀਰ ਦਿਸਦਾ ਨਹੀਂ। ਦਿਸਣ ਵਾਲਾ ਇਹ ਆਕਾਰ ਸਾਰੇ ਦਾ ਸਾਰਾ ਸਰਗੁਣ ਹੈ। ਨਾ ਦਿਸਣ ਵਾਲਾ ਜੋ ਕੁਝ ਵੀ ਹੈ ਉਸ ਨੂੰ ਅਸੀਂ ਸੂਖਸ਼ਮ ਆਖਦੇ ਹਾਂ ਤੇ ਨਿਰਗੁਣ ਆਖਦੇ ਹਾਂ। ਜਿੱਥੇ ਪ੍ਰਭੂ ਜੀ ਆਪ ਅਵਿਅਕਤ ਨੇ, ਨਾ ਦਿਸਦਾ ਉਹਨਾਂ ਦਾ ਸਵਰੂਪ ਹੈ, ਉਹ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਉੱਥੇ ਨਾਲ ਨਾਲ ਵਾਹਿਗੁਰੂ ਜੀ ਨੇ ਭਗਤ ਪੈਦਾ ਕੀਤਾ, ਜਿਹੜਾ ਦਿਸਦਾ ਹੈ, ਜਿਹੜਾ ਨਜ਼ਰ ਆਉਂਦਾ ਹੈ। ਜਹ ਅਭਿਗਤ, ਜਿੱਥੇ ਪਰਮਾਤਮਾ ਅਦ੍ਰਿਸ਼ਟ ਸਵਰੂਪ ਵਿੱਚ ਮੌਜੂਦ ਹੈ, ਉਹਦੇ ਨਾਲ ਨਾਲ ਭਗਤ ਤਹ, ਉਸ ਪਰਮਾਤਮਾ ਨੇ ਭਗਤ ਦਿਸਣ ਵਾਲਾ ਆਕਾਰ ਵੀ ਪੈਦਾ ਕੀਤਾ। ਜਿੱਥੇ ਪਰਮਾਤਮਾ ਅਦ੍ਰਿਸ਼ਟ ਹੈ, ਉੱਥੇ ਭਗਤ ਦ੍ਰਿਸ਼ਟਮਾਨ ਹੈ, ਤੇ ਦ੍ਰਿਸ਼ਟਮਾਨ ਭਗਤ ਵੀ ਉਹ ਆਪ ਹੀ ਹੈ, ਉਹ ਕੋਈ ਹੋਰ ਵੱਖਰਾ ਨਹੀਂ ਹੈ। ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਇਹ ਪਸਾਰਾ, ਜਿਸ ਨੂੰ ਅਸੀਂ ਬ੍ਰਹਿਮੰਡੀ ਰਚਨਾ ਆਖਦੇ ਹਾਂ, ਜਹ ਪਸਰੈ ਪਾਸਾਰ। ਪਾਸਾਰ ਮੈਨੇ ਪਸਾਰਾ, ਬ੍ਰਹਿਮੰਡੀ ਰਚਨਾ। ਪਸਰੈ ਪਸਾਰਦਾ ਹੈ, ਖਿਲਾਰਦਾ ਹੈ, ਜਾਂ ਇਸ ਨੂੰ ਪੈਦਾ ਕਰਦਾ ਹੈ। ਇਹ ਕਿਉਂ ਪੈਦਾ ਕਰਦਾ ਹੈ? ਸੰਤ ਪ੍ਰਤਾਪ, ਸੰਤਾਂ ਦੇ ਪ੍ਰਤਾਪ ਲਈ, ਸੰਤਾਂ ਦੀ ਵਡਿਆਈ ਲਈ। ਪਤਾ ਨਹੀਂ ਉਹਨੂੰ ਕਿਉਂ ਜ਼ਰੂਰਤ ਪਈ ਕਿ ਉਹ ਸੰਤਾਂ ਦੀ ਵਡਿਆਈ ਕਰਾਵੇ। ਮੈਨੂੰ ਤਾਂ ਇੱਕੋ ਹੀ ਗੱਲ ਨਜ਼ਰ ਆਉਂਦੀ ਹੈ ਕਿ ਸੰਤਾਂ ਤੋਂ ਬਿਨਾਂ ਰੱਬ ਜੀ ਨੂੰ ਜਾਣਿਆ ਨਹੀਂ ਜਾ ਸਕਦਾ। ਜੇ ਰੱਬ ਜੀ ਨੂੰ ਜਾਣਿਆ ਜਾ ਸਕਦਾ ਤੇ ਇੱਕੋ ਹੀ ਇੱਕ ਜ਼ਰੀਆ, ਇੱਕੋ ਹੀ ਇੱਕ ਸਾਧਨ ਹੈ, ਉਹ ਹਨ ਸੰਤ ਮਹਾਂਪੁਰਸ਼, ਗੁਰੂ ਜਨ, ਭਗਤ ਜਨ, ਰੱਬ ਦੇ ਪਿਆਰੇ ਜਨ ਸੇਵਕ। ਕੋਈ ਨਾ ਦਿਓ ਉਹਨਾਂ ਨੂੰ, ਉਹਨਾਂ ਤੋਂ ਬਿਨਾਂ ਰੱਬ ਜੀ ਨੂੰ ਜਾਣਿਆ ਨਹੀਂ ਜਾ ਸਕਦਾ। ਰੱਬ ਜੀ ਇਸ ਲਈ ਉਹਨਾਂ ਦੀ ਹੀ ਵਡਿਆਈ ਚਾਹੁੰਦੇ ਨੇ ਕਿ ਮੇਰੇ ਭਗਤਾਂ ਦੇ ਗੁਣ ਗਾਏ ਜਾਣ। ਤੇ ਅਸਲ ਵਿੱਚ ਭਗਤਾਂ ਸੰਤਾਂ ਦੇ ਗੁਣ ਗਾਉਣੇ, ਉਹਨਾਂ ਦੀ ਵਡਿਆਈ ਕਰਨੀ, ਸਿੱਧੀ ਰੱਬ ਜੀ ਦੀ ਵਡਿਆਈ ਕਰਨਾ ਹੈ। ਸੋ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਜਦੋਂ ਗੁਰਬਾਣੀ ਨੂੰ ਇਕੱਠਿਆਂ ਕੀਤਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ,
ਤੇ ਉਹਨਾਂ ਨੇ ਬਹੁਤ ਸਾਰੀ ਉਹ ਬਾਣੀ ਉਹੋ ਜਿਹੇ ਮਹਾਂਪੁਰਸ਼ਾਂ ਸੰਤਾਂ ਦੀ ਵੀ ਇਕੱਠੀ ਕੀਤੀ, ਜਿਨ੍ਹਾਂ ਸੰਤਾਂ ਦੀ ਸੰਸਾਰ ਵਿੱਚ ਵਡਿਆਈ ਫੈਲੀ ਹੋਈ ਸੀ, ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਕਰਕੇ ਰੱਬ ਜੀ ਨੂੰ ਜਾਣਿਆ ਜਾਂਦਾ ਸੀ। ਉਹਨਾਂ ਮਹਾਂਪੁਰਸ਼ਾਂ ਵਿੱਚੋਂ ਇੱਕ ਭਗਤ ਹਨ, ਸੰਤ ਹਨ, ਜਿਨ੍ਹਾਂ ਨੂੰ ਨਾਮਦੇਵ ਕਰਕੇ ਆਪਾਂ ਆਖਦੇ ਹਾਂ, ਜਾਂ ਉਹਨਾਂ ਨੂੰ ਨਾਮਦੇਵ ਜੀ ਦੇ ਨਾਮ ਨਾਲ ਜਾਣਦੇ ਹਾਂ। ਇਹ ਜਿਹੜੀ ਵਿਚਾਰ ਹੈ ਰੱਬ ਜੀ ਦੀ ਨਾਮਦੇਵ ਜੀ ਦੇ ਨਾਲ ਸਿੱਧੀ ਹੋਈ ਹੈ। ਵਿਦਵਾਨਾਂ ਦਾ ਮਤ ਕੋਈ 3-4 ਸ਼ਬਦ ਅਜਿਹੇ ਗੁਰਬਾਣੀ ਵਿੱਚੋਂ ਮਿਲਦੇ ਨੇ ਜਿਹੜੇ ਸਿੱਧੇ ਭਗਤ ਦੀ ਤੇ ਪਰਮਾਤਮਾ ਦੀ ਆਪਸੀ ਗੱਲਬਾਤ, ਆਪਸੀ ਗੁਫ਼ਤਗੂ ਉਹਨਾਂ ਸ਼ਬਦਾਂ ਵਿੱਚ ਹੋਈ ਮਿਲਦੀ ਹੈ। ਉਹਨਾਂ ਵਿੱਚੋਂ ਇੱਕ ਇਹ ਸ਼ਬਦ ਹੈ ਨਾਮਦੇਵ ਜੀ ਦਾ, ਜਿਹੜਾ ਤੁਸੀਂ ਥੱਲੇ ਵੇਖਦੇ ਹੋ। ਇਸ ਸ਼ਬਦ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਮਦੇਵ ਜੀ ਨੂੰ ਕੀ ਕਹਿ ਰਹੇ ਨੇ, ਬਸ ਇਸ ਥੋੜ੍ਹੀ ਜਿਹੀ ਵਿਚਾਰ ਨੂੰ ਸਮਝ ਕੇ ਫਿਰ ਆਪਾਂ ਪੂਰਾ ਬੰਦ ਸਮਝਾਂਗੇ ਤੇ ਫਿਰ ਸਾਨੂੰ ਸਮਝ ਵਿੱਚ ਆ ਜਾਏਗਾ ਕਿ ਇਸ ਬੰਦ ਵਿੱਚ ਕੀ ਆਖਿਆ ਜਾ ਰਿਹਾ ਹੈ। ਗੁਰੂ ਅਰਜਨ ਦੇਵ ਸਾਹਿਬ ਕੀ ਸਾਨੂੰ ਸਿੱਖਿਆ ਦੇਣਾ ਚਾਹੁੰਦੇ ਨੇ। ਸ਼ਬਦ ਇੱਥੋਂ ਸ਼ੁਰੂ ਕੀਤਾ ਨਾਮਦੇਵ ਜੀ ਨੇ, ਦਾਸ ਆਨਿਨ ਮੇਰੋ ਨਿਜ ਰੂਪ। ਸ਼ਬਦ ਨਾਮਦੇਵ ਜੀ ਦਾ ਹੈ ਤੇ ਤੁਸੀਂ ਇਹ ਸ਼ਬਦਾਵਲੀ ਨੂੰ ਵੇਖਣ ਦੀ ਕੋਸ਼ਿਸ਼ ਕਰੋ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਤਾਂ ਹੀ ਤੁਹਾਨੂੰ ਬਾਰ-ਬਾਰ ਕਹਿੰਦਾ ਰਹਿਣਾ, ਬਾਣੀ ਪੜ੍ਹਿਆ ਕਰੋ, ਧਿਆਨ ਨਾਲ ਪੜ੍ਹਿਆ ਕਰੋ, ਵਿਚਾਰ ਨਾਲ ਪੜ੍ਹਿਆ ਕਰੋ। ਕਿੰਨੇ ਗੁੱਝੇ ਭੇਦ ਖੁੱਲ੍ਹਦੇ ਨੇ ਇਸ ਬਾਣੀ ਦੇ ਵਿੱਚੋਂ, ਹੈਰਾਨ ਰਹਿ ਜਾਈਦਾ। ਦਾਸ ਆਨਿਨ ਮੇਰੋ ਨਿਜ ਰੂਪ। ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਆਨਿਨ ਸੇਵਕ ਨੇ, ਜਿਨ੍ਹਾਂ ਦਾ ਹੋਰ ਕਿਸੇ ਨਾਲ ਪਿਆਰ ਨਹੀਂ, ਸਗੋਂ ਸਿੱਧਾ ਰੱਬ ਨਾਲ ਹੁੰਦਾ ਹੈ। ਮੇਰੋ ਨਿਜ ਰੂਪ, ਕੀ ਇਹ ਨਾਮਦੇਵ ਕਹਿ ਰਹੇ ਨੇ ਕਿ ਉਹ ਮੇਰਾ ਨਿਜ ਦਾ ਰੂਪ ਨੇ? ਇੱਥੋਂ ਸਮਝ ਪੈਂਦੀ ਏ ਕਿ ਨਹੀਂ, ਇਹ ਨਾਮਦੇਵ ਜੀ ਨੂੰ ਪਰਮਾਤਮਾ ਜੀ ਕਹਿ ਰਹੇ ਨੇ। ਹੇ ਨਾਮਦੇਵ, ਜਿਹੜੇ ਦਾਸ ਨੇ, ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਉਹ ਮੇਰਾ ਨਿਜ ਦਾ ਰੂਪ ਨੇ। ਭਾਵ ਪਰਮਾਤਮਾ ਜੀ ਕਹਿ ਰਹੇ ਨੇ ਮੇਰਾ ਨਿਜ ਦਾ ਰੂਪ ਹਨ ਉਹ। ਤੇ ਭਾਈ ਠੀਕ ਹੈ, ਜੇ ਤੁਹਾਡਾ ਰੂਪ ਨੇ ਤੇ ਚੰਗੀ ਗੱਲ ਹੈ, ਤੇ ਅਸੀਂ ਕੀ ਕਰੀਏ ਫਿਰ? ਰੱਬ ਜੀ ਕਹਿੰਦੇ ਨੇ ਨਾਮਦੇਵ ਤੁਸੀਂ ਕੀ ਕਰਨਾ ਹੈ? ਉਹ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ, ਸਹੀ ਅਰਥਾਂ ਵਿੱਚ ਵੇਖੋ, ਸੰਸਾਰ ਵਿੱਚ ਨਕਲ ਹਰ ਚੀਜ਼ ਦੀ ਹੁੰਦੀ ਹੈ। ਸੰਤਾਂ ਦੀ ਨਕਲ ਬਹੁਤ ਜ਼ਿਆਦਾ ਹੋਈ ਹੈ, ਉਹਦੇ ਤੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਹੀ ਨਕਲ ਹੋ ਗਈ ਹੈ। ਅਸਲੀਅਤ ਵੀ ਹੈ, ਸੱਚਾਈ ਵੀ ਹੈ ਸੰਸਾਰ ਵਿੱਚ, ਪਰ ਹਰ ਚੰਗੀ ਵਸਤੂ ਦੀ ਨਕਲ ਓਨੀ ਹੀ ਵਧੇਰੀ ਮਾਤਰਾ ਵਿੱਚ ਹੋਇਆ ਕਰਦੀ ਹੈ ਜਿੰਨੀ ਉਹ ਚੰਗੀ ਹੋਵੇ। ਸੋ ਸੰਤ ਰੱਬ ਦਾ ਰੂਪ ਨੇ, ਤੇ ਅਸੀਂ ਆਪਣੇ ਵਰਗੇ ਲੋਕਾਂ ਨੇ ਵੀ ਯਤਨ ਕੀਤਾ ਵੀ ਆਪਾਂ ਵੀ ਉਹੋ ਜਿਹੇ ਸੰਤ ਬਣ ਜਾਈਏ, ਉਹੋ ਜਿਹੇ ਕੱਪੜੇ ਪਾ ਲਈਏ, ਉਹੋ ਜਿਹੀ ਬੋਲ ਬਾਣੀ ਆਰੰਭ ਕਰ ਲਈਏ, ਤੇ ਆਪਾਂ ਵੀ ਸੰਸਾਰ ਵਿੱਚ ਸੰਤ ਮੰਨੇ ਜਾਵਾਂਗੇ। ਸੋ ਉਹ ਹੈ ਨਕਲ। ਨਕਲ ਤੋਂ ਸੁਚੇਤ ਰਹਿਣਾ ਹੈ, ਪਰ ਅਸਲ ਨੂੰ ਵੀ ਭੁਲਾ ਨਹੀਂ ਦੇਣਾ। ਇਹ ਵੀ ਗੱਲ ਯਾਦ ਰੱਖਣੀ ਹੈ। ਸੰਸਾਰ ਵਿੱਚ ਸੰਤ ਮਹਾਂਪੁਰਸ਼ ਵੀ ਹਨ। ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਨਿਮਖ ਤਾਪ ਤਰਈ ਮੋਚਨ। ਹਰ ਮਨੁੱਖ ਨੂੰ, ਹਰ ਇਸ ਜਿਹੜੇ ਅਸੀਂ ਇਹ ਸਰੀਰ ਦੇ ਦੇਹਧਾਰੀ ਲੋਕ ਹਾਂ, ਸਾਨੂੰ 3 ਤਾਪ ਮੰਨੇ ਜਾਂਦੇ ਨੇ। ਉਹਨਾਂ 3 ਤਾਪਾਂ ਵਿੱਚੋਂ ਇੱਕ ਤਾਪ ਹਰ ਵਕਤ ਚੜਿਆ ਰਹਿੰਦਾ। ਅਸੀਂ ਵੈਸੇ ਜਦੋਂ ਸਾਨੂੰ ਟੈਂਪਰੇਚਰ ਨਾ ਹੋਵੇ ਤੇ ਅਸੀਂ ਸਮਝਦੇ ਹਾਂ ਅਸੀਂ ਤੰਦਰੁਸਤ ਹਾਂ, ਪਰ ਜਿਹੜੇ ਇਹਨਾਂ 3 ਤਾਪਾਂ ਦੀ ਗੱਲ ਕੀਤੀ ਗਈ, ਇਹਨਾਂ ਵਿੱਚੋਂ ਇੱਕ ਨਾ ਇੱਕ ਸਾਨੂੰ ਹਰ ਵਕਤ ਰਹਿੰਦਾ ਹੈ। ਇਹ 3 ਤਾਪ ਨੇ, ਆਦ ਵਿਆਦ ਉਪਾਦ ਰਸ, ਕਬਹੂ ਨਾ ਟੂਟੈ ਤਾਪ। ਇਹਨਾਂ 3 ਤਾਪਾਂ ਵਿੱਚੋਂ ਇੱਕ ਅੱਧਾ ਸਾਨੂੰ ਹਰ ਵਕਤ ਚੜਿਆ ਰਹਿੰਦਾ ਹੈ। ਆਦ ਵਿਆਦ ਤੇ ਉਪਾਦ ਇਹ ਹੁੰਦੇ ਨੇ ਇੱਕ ਮਾਨਸਿਕ ਰੋਗ, ਇੱਕ ਸਰੀਰਕ ਰੋਗ, ਤੇ ਇੱਕ ਕੁਦਰਤੀ ਆਫਤਾਂ ਜਿਹੜੀਆਂ ਆਉਂਦੀਆਂ ਨੇ। ਜਿਵੇਂ ਕਿਤੇ ਸੁਨਾਮੀ ਆ ਗਈ, ਉਧਰ ਉੱਤਰਾਂਚਲ ਵਿੱਚ ਹੁਣ ਉਹ ਪਾਣੀ ਦਾ ਫਲੱਡ ਆਇਆ, ਕਿਤੇ ਕੁਝ ਕਿਤੇ ਕੁਝ।
ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਸੰਸਾਰ ਵਿੱਚ, ਇਹਨਾਂ ਵਿੱਚੋਂ ਕੋਈ ਨਾ ਕੋਈ ਹਰ ਵਕਤ ਵਾਪਰਦੀ ਰਹਿੰਦੀ ਹੈ। ਜੇ ਕੁਦਰਤੀ ਕੋਈ ਇਹੋ ਜਿਹੀ ਆਫਤ ਨਹੀਂ ਆਈ, ਅਸੀਂ ਸਰੀਰ ਕਰਕੇ ਵੀ ਤੰਦਰੁਸਤ ਹਾਂ, ਸਾਨੂੰ ਜ਼ਰੂਰ ਕੋਈ ਨਾ ਕੋਈ ਮਾਨਸਿਕ ਪਰੇਸ਼ਾਨੀ ਹੋਵੇਗੀ। ਔਰ ਕਿਸੇ ਨਾ ਕਿਸੇ ਵੇਲੇ ਇਹ ਹਰ ਚੀਜ਼ ਸਾਡੀ ਵਾਪਰਦੀ ਰਹਿੰਦੀ ਹੈ। ਪਰ ਸੰਤ ਦੇ ਦਰਸ਼ਨ ਕਰਨ ਦੇ ਨਾਲ, ਕੇਵਲ ਮਾਤਰ ਦਰਸ਼ਨ ਦੇ ਨਾਲ, ਬੋਲਣ ਦੀ ਲੋੜ ਨਹੀਂ, ਗੱਲ ਕਰਨ ਦੀ ਜ਼ਰੂਰਤ ਨਹੀਂ, ਉਹਦੇ ਨਾਲ ਕੋਈ ਵਾਦ ਵਿਵਾਦ, ਕੋਈ ਗੁਪਤਗੂ, ਕੋਈ ਵੀ ਵਿਚਾਰ ਵਟਾਂਦਰੇ ਤੋਂ ਬਿਨਾਂ, ਜੇ ਉਹ ਸੰਤ ਸੱਚਾ ਹੈ ਤੇ ਉਹਦੇ ਕੇਵਲ ਮਾਤਰ ਦਰਸ਼ਨ ਕਰਨ ਨਾਲ ਤਿੰਨ ਤਰ੍ਹਾਂ ਦੇ ਤਾਪ ਬਿਨਸ ਜਾਂਦੇ ਨੇ। ਤੁਸੀਂ ਗੁਰਦੁਆਰੇ ਆਉਂਦੇ ਹੋ, ਮੈਂ ਵੀ ਆਉਣਾ, ਤੇ ਆਪਾਂ ਆਮ ਕਰਕੇ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ, ਪਰ ਇਹ ਅਸਲੀਅਤ ਹੈ ਕਿ ਗੁਰਦੁਆਰੇ ਆਉਣ ਨਾਲ, ਗੁਰੂ ਜੀ ਦਾ ਦਰਸ਼ਨ ਕਰਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੀ ਮਿਲਦੀ ਹੈ। ਅਸੀਂ ਮਹਿਸੂਸ ਕਰੀਏ ਜਾਂ ਨਾ ਕਰੀਏ, ਸਾਡਾ ਇਸ ਪਾਸੇ ਧਿਆਨ ਹੋਵੇ ਜਾਂ ਨਾ ਹੋਵੇ, ਇੱਥੇ ਆਉਣ ਦੇ ਨਾਲ ਇਸ ਬਾਣੀ ਵਿੱਚੋਂ ਕੁਝ ਐਸੀਆਂ ਵਾਈਬ੍ਰੇਸ਼ਨਸ ਨਿਕਲਦੀਆਂ ਨੇ ਜਿਹੜੀਆਂ ਸਾਨੂੰ ਮਨ ਕਰਕੇ, ਤਨ ਕਰਕੇ ਪ੍ਰਭਾਵਿਤ ਕਰਦੀਆਂ ਹੀ ਕਰਦੀਆਂ ਨੇ। ਸਾਨੂੰ ਨਹੀਂ ਪਤਾ, ਲੇਕਿਨ ਕਈ ਵਾਰੀ ਉਹ ਲੋਕ ਜਿਹੜੇ ਕਦੀ ਕਦਾਈ ਆਏ ਨੇ ਤੇ ਗੁਰਦੁਆਰੇ ਤੇ ਗੁਰਬਾਣੀ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ, ਉਹ ਲੋਕ ਦੱਸ ਦਿੰਦੇ ਨੇ। ਉਹ ਕਹਿੰਦੇ ਨੇ ਕਿ ਜਿਸ ਦਿਨ ਮੈਂ ਪਹਿਲੇ ਦਿਨ ਗੁਰਦੁਆਰੇ ਆਇਆ ਤੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕੀਤਾ, ਮੈਨੂੰ ਇੱਕ ਅਜੀਬ ਕਿਸਮ ਦਾ ਨਜ਼ਾਰਾ ਵੇਖਣ ਨੂੰ ਮਿਲਿਆ, ਮੈਨੂੰ ਇੱਕ ਅਜੀਬ ਕਿਸਮ ਦੀ ਸ਼ਾਂਤੀ ਤੇ ਸਕੂਨ ਹਾਸਲ ਹੋਇਆ। ਪਰ ਸਾਨੂੰ ਨਹੀਂ ਹੁੰਦਾ, ਕਿਉਂਕਿ ਅਸੀਂ ਜਿਵੇਂ ਯੂਜ਼ ਟੂ ਨਹੀਂ ਹੋ ਜਾਈਦਾ, ਉਸ ਤਰ੍ਹਾਂ ਦੇ ਹੋ ਗਏ ਆ, ਆਏ, ਮੱਥਾ ਟੇਕਿਆ, ਲੰਗਰ ਛਕਿਆ, ਚਲੇ ਗਏ। ਸਾਨੂੰ ਇਸ ਤਰ੍ਹਾਂ ਮਹਿਸੂਸ ਇਸ ਕਰਕੇ ਨਹੀਂ ਹੁੰਦਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਹੀ ਹੈ। ਅਸਲ ਵਿੱਚ ਜਿਸ ਦਿਨ ਅਸੀਂ ਥੋੜੀ ਜਿਹੀ ਆਪਣੀ ਮਨੋਬਿਰਤੀ ਨੂੰ ਉੱਚਾ ਉਠਾਵਾਂਗੇ, ਅਸੀਂ ਵੀ ਮਹਿਸੂਸ ਕਰ ਪਾਵਾਂਗੇ ਕਿ ਇੱਥੇ ਆਇਆ ਸੱਚਮੁੱਚ ਹੀ ਕੁਝ ਹਾਸਲ ਹੁੰਦਾ ਹੈ। ਉਹ ਕੀ ਹੁੰਦਾ ਹੈ? ਉਹ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਹੋਏਗਾ, ਹਰ ਇਨਸਾਨ ਨੂੰ ਵੱਖਰਾ ਮਹਿਸੂਸ ਹੋਏਗਾ। ਇਸ ਲਈ ਉਹ ਦੱਸਿਆ ਨਹੀਂ ਜਾ ਪਾਏਗਾ ਕਿ ਉਹ ਮਹਿਸੂਸ ਕਿਹੋ ਜਿਹਾ ਹੁੰਦਾ ਹੈ। ਹੁੰਦਾ ਜ਼ਰੂਰ ਹੈ, ਹਰ ਇੱਕ ਨੂੰ ਹੁੰਦਾ ਹੈ, ਪਰ ਅਸੀਂ ਧਿਆਨ ਨਹੀਂ ਦਿੰਦੇ। ਦਰਸ਼ਨ ਨਿਮਖ ਤਾਪ ਤਰਈ ਮੋਚਨ, ਤਿੰਨੇ ਤਾਪ ਦੂਰ ਹੋ ਜਾਂਦੇ ਨੇ। ਪਰਸਤ ਮੁਕਤ ਕਰਤ ਗ੍ਰਹਿ ਕੂਪ, ਜੇ ਕੋਈ ਸਪਰਸ਼ ਕਰ ਲਵੇ। ਸਪਰਸ਼ ਦਾ ਮਤਲਬ ਕੇਵਲ ਹੱਥਾਂ ਨਾਲ, ਸਰੀਰ ਨਾਲ ਇਸ ਤਰ੍ਹਾਂ ਛੂਹਣਾ ਨਹੀਂ ਹੁੰਦਾ। ਅਸੀਂ ਕਈ ਵਾਰੀ ਸ਼ਬਦਾਂ ਨਾਲ ਵੀ ਸਪਰਸ਼ ਕਰਦੇ ਹਾਂ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਜ਼ਰੂਰੀ ਨਹੀਂ ਕਿ ਅਸੀਂ ਇੱਥੇ ਹੱਥ ਫੇਰ ਕੇ ਦਰਸ਼ਨ ਕਰਨੇ ਨੇ। ਸਾਡੀਆਂ ਅੱਖਾਂ ਜਦੋਂ ਇਸ ਬਾਣੀ ਉੱਤੇ ਜਾਂਦੀਆਂ ਨੇ, ਅਸੀਂ ਸਪਰਸ਼ ਕਰ ਰਹੇ ਹਾਂ ਆਪਣੀ ਨਿਗਾਹ ਨਾਲ, ਆਪਣੀ ਇਸ ਜਿਹੜੀਆਂ ਸਾਡੀ ਅੱਖਾਂ ਵਿੱਚੋਂ ਰੋਸ਼ਨੀ ਹੈ, ਉਸ ਰੋਸ਼ਨੀ ਦੇ ਨਾਲ ਬਾਣੀ ਨੂੰ ਅਸੀਂ ਸਪਰਸ਼ ਕਰਦੇ ਹਾਂ। ਫਿਰ ਜਦੋਂ ਕੋਈ ਮਨੁੱਖ ਇਸ ਬਾਣੀ ਨੂੰ ਆਪਣੀ ਜ਼ੁਬਾਨ ਨਾਲ ਪੜ੍ਹਦਾ ਹੈ, ਉਹ ਇਸ ਬਾਣੀ ਨੂੰ ਜ਼ੁਬਾਨ ਨਾਲ ਸਪਰਸ਼ ਕਰ ਰਿਹਾ ਹੈ। ਜਾਂ ਕੰਨਾਂ ਰਾਹੀਂ ਸਾਡੇ ਅੰਦਰ ਜਾਂਦੀ ਹੈ, ਬੋਲ ਕੋਈ ਹੋ ਰਿਹਾ, ਅਸੀਂ ਸਿਰਫ ਸੁਣ ਰਹੇ ਹਾਂ, ਅਸੀਂ ਕੰਨਾਂ ਰਾਹੀਂ ਇਸ ਬਾਣੀ ਨੂੰ ਸਪਰਸ਼ ਕਰ ਰਹੇ ਹਾਂ। ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਔਰ ਜੇ ਕਿਤੇ ਇਹੋ ਹੀ ਪਵਿੱਤਰ ਬਾਣੀ ਕੰਨਾਂ ਰਾਹੀਂ, ਅੱਖਾਂ ਰਾਹੀਂ ਪੜ੍ਹ ਕੇ ਜਾਂ ਕੰਨਾਂ ਰਾਹੀਂ ਸੁਣ ਕੇ ਸਾਡੇ ਹਿਰਦੇ ਵਿੱਚ ਚਲੀ ਜਾਏ, ਹਿਰਦੇ ਨੂੰ ਸਪਰਸ਼ ਕਰ ਜਾਏ, ਜਿਸ ਦਿਨ ਕਰ ਜਾਏਗੀ, ਉਸੇ ਦਿਨ ਪਰਸਤ ਮੁਕਤ ਕਰਤ ਗ੍ਰਹਿ ਕੂਪ। ਇਹ ਸੰਸਾਰ ਜਿਸ ਨੂੰ ਅਸੀਂ ਕਦੀ ਭਵ ਸਾਗਰ ਸੁਣਦੇ ਹਾਂ ਬਾਣੀ ਵਿੱਚੋਂ, ਕਦੀ ਇਸ ਨੂੰ ਅੰਨਾ ਖੂਹ ਸੁਣਦੇ ਹਾਂ, ਕਦੀ ਇਸ ਨੂੰ ਅਸੀਂ ਭਵ ਜਲ ਆਖਦੇ ਹਾਂ, ਕਦੀ ਸੰਸਾਰ ਸਮੁੰਦਰ ਆਖਦੇ ਹਾਂ, ਕਦੀ ਇਹਨੂੰ 84 ਦਾ ਗੇੜ ਆਖਦੇ ਹਾਂ। ਇੱਥੇ ਗ੍ਰਹਿ ਕੂਪ ਲਿਖਿਆ, ਉਸੇ ਸੰਸਾਰ ਸਾਗਰ ਨੂੰ। ਇਸ ਸੰਸਾਰ ਸਾਗਰ ਤੋਂ ਮਨੁੱਖ ਮੁਕਤ ਹੋ ਜਾਂਦਾ ਹੈ। ਉਹ ਇਹਨਾਂ ਬੰਧਨਾਂ ਤੋਂ ਉੱਚਾ ਉੱਠ ਜਾਂਦਾ ਹੈ। ਉਹ ਮੋਹ ਮਮਤਾ ਫਿਰ ਉਸ ਨੂੰ ਪਹੁੰਚਦੀ ਨਹੀਂ, ਜਿਹੜਾ ਇਸ ਨੂੰ ਸਪਰਸ਼ ਕਰ ਲਵੇ। ਚਾਹੇ ਉਹ ਮਹਾਂਪੁਰਸ਼ਾਂ ਦੇ ਬਚਨ ਹਿਰਦੇ ਵਿੱਚ ਚਲੇ ਜਾਣ, ਚਾਹੇ ਉਹ ਗੁਰੂ ਦੇ ਬਚਨ ਹਿਰਦੇ ਵਿੱਚ ਚਲੇ ਜਾਣ। ਅਸਲ ਵਿੱਚ ਗੱਲ ਸਰੀਰ ਨਾਲ ਸਪਰਸ਼ ਕਰਨ ਦੀ ਨਹੀਂ ਹੈ। ਗੱਲ
ਬਚਨ ਦਾ ਅੰਦਰ ਉਤਰ ਜਾਣਾ, ਹਿਰਦੇ ਵਿੱਚ ਚਲੇ ਜਾਣਾ। ਜਿਸ ਦਿਨ ਕਿਸੇ ਵੀ ਭਾਗਾਂ ਵਾਲੇ ਦੇ ਅੰਦਰ ਗੁਰੂ ਜਨਾਂ ਦਾ ਬਚਨ ਅੰਦਰ ਹਿਰਦੇ ਵਿੱਚ ਸਹੀ ਥਾਂ ਤੇ ਚਲਾ ਜਾਏਗਾ, ਮੋਹ ਮਮਤਾ ਤੋਂ ਉਹ ਮਨੁੱਖ ਉੱਚਾ ਉੱਠ ਜਾਏਗਾ। ਹੁਣ ਰੱਬ ਜੀ ਕੀ ਕਹਿੰਦੇ ਨਾਮਦੇਵ ਨੂੰ? ਨਾਮਦੇਵ ਮੇਰੀ ਗੱਲ ਸੁਣ, ਮੈਂ ਇਹਨਾਂ ਦੀ ਵਡਿਆਈ ਕਿਉਂ ਕਰਦਾ? ਐਵੇਂ ਨਹੀਂ ਕਰਦਾ। ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ। ਮੈਂ ਤੇ ਇਸ ਸੰਸਾਰ ਦੇ ਲੋਕਾਂ ਨੂੰ ਮੋਹ ਮਮਤਾ ਦੀ ਰੱਸੀ ਨਾਲ ਬੰਨ੍ਹ ਦਿੱਤਾ। ਇਹ ਜਿਹੜੀ ਮਾਇਆ ਹੈ, ਇਹ ਮੋਹ ਮਮਤਾ ਹੈ। ਅਸੀਂ ਸਾਰੇ ਮੋਹ ਮਮਤਾ ਵਿੱਚ ਬੱਝੇ ਹਾਂ, ਚਾਹੇ ਪਰਿਵਾਰਕ ਤੌਰ ਤੇ, ਚਾਹੇ ਪਦਾਰਥਕ ਤੌਰ ਤੇ, ਚਾਹੇ ਕਿਸੇ ਪਦਵੀ ਦੇ ਤੌਰ ਤੇ। ਅਸੀਂ ਮੋਹ ਮਮਤਾ ਵਿੱਚ ਬੱਝੇ ਹੋਏ ਹਾਂ। ਇਹ ਰੱਬ ਜੀ ਨੇ ਬੰਨਿਆ ਹੈ, ਅਸੀਂ ਆਪੇ ਨਹੀਂ ਬੱਝੇ। ਉਹਨੇ ਪੈਦਾ ਕੀਤਾ ਹੈ ਮੋਹ ਮਮਤਾ ਦਾ ਜਾਲ। ਸੋ ਰੱਬ ਜੀ ਨੇ ਸਾਨੂੰ ਮੋਹ ਮਮਤਾ ਵਿੱਚ ਬੰਨਿਆ, ਲੇਕਿਨ ਕੋਈ ਭਗਤ, ਕੋਈ ਰੱਬ ਦਾ ਪਿਆਰਾ, ਕੋਈ ਸੰਤ ਜਨ, ਕੋਈ ਗੁਰੂ ਜਨ ਸਾਨੂੰ ਇਸ ਮੋਹ ਮਮਤਾ ਦੀ ਫਾਹੀ ਵਿੱਚੋਂ ਛੁਡਾ ਸਕਦਾ ਹੈ। ਕਿਵੇਂ ਛਡਾਉਂਦਾ ਹੈ? ਮੇਰੀ ਬਾਂਹਦੀ ਜਿਹੜੀ ਮੈਂ ਬੰਨੀ ਹੋਈ ਹੈ, ਲੁਕਾਈ ਮੋਹ ਮਮਤਾ ਦੇ ਜਾਲ ਵਿੱਚ ਜਾਂ ਰੱਸੀ ਨਾਲ ਭਗਤ ਛਡਾਵੇ, ਭਗਤ ਛਡਾ ਦਿੰਦਾ ਹੈ। ਬੰਧ ਹੈ ਭਗਤ ਨਾ ਛੂਟੈ ਮੋਹੇ। ਭਗਤ ਕਦ ਨਾ ਬੰਨਦਾ? ਪ੍ਰੇਮ ਦੀ ਰੱਸੀ ਨਾਲ। ਜੇ ਭਗਤ ਪ੍ਰੇਮ ਦੀ ਰੱਸੀ ਨਾਲ ਮੈਨੂੰ ਬੰਨ ਲਵੇ ਤੇ ਮੇਰੇ ਕੋਲੋਂ ਆਪਣੇ ਆਪ ਨੂੰ ਭਗਤ ਦੇ ਪ੍ਰੇਮ ਵਿੱਚੋਂ ਮੁਕਤ ਕਰ ਲੈਣਾ ਔਖਾ ਹੈ, ਮੇਰੇ ਤੋਂ ਕੀਤਾ ਹੀ ਨਹੀਂ ਜਾ ਸਕਦਾ। ਅਗਲੀ ਗੱਲ, ਇੱਕ ਸਮੇਂ ਮੋਕੋ ਗਹਿ ਬੰਧ ਹੈ, ਤੋ ਫੁਨ ਮੋਪੈ ਜਵਾਬ ਨਾ ਹੋਏ। ਭਗਤ ਨਾਮਦੇਵ ਜੇ ਕਿਸੇ ਸਮੇਂ, ਇੱਕ ਸਮੇਂ ਦਾ ਮਤਲਬ ਹੈ ਕਿਸੇ ਸਮੇਂ, ਜੇ ਕਿਸੇ ਸਮੇਂ ਰੱਬ ਦਾ ਪਿਆਰਾ ਮੈਨੂੰ ਆਪਣੇ ਪਿਆਰ ਦੀ ਜੇਵੜੀ ਨਾਲ, ਪਿਆਰ ਦੀ ਰੱਸੀ ਨਾਲ ਬੰਨ ਲਵੇ, ਤੋ ਫੁਨ ਮੋਪੈ, ਮੇਰੇ ਤੋਂ ਫਿਰ ਜਵਾਬ ਨਹੀਂ ਦਿੱਤਾ ਜਾਂਦਾ। ਉਹ ਫਿਰ ਜੋ ਆਖੇ ਮੈਨੂੰ ਕਰਨਾ ਪੈਂਦਾ ਔਰ ਮੈਂ ਕਰਦਾ ਹਾਂ, ਕਿਉਂਕਿ ਮੋਹ ਮਮਤਾ ਦੀ ਰੱਸੀ ਨਾਲੋਂ ਪਿਆਰ ਦੀ ਰੱਸੀ ਵਧੇਰੇ ਮਜ਼ਬੂਤ ਹੈ। ਪਿਆਰ ਦੀ ਰੱਸੀ ਜਿਨ੍ਹਾਂ ਨੂੰ ਪਾਈ ਜਾਂ ਜਿਨ੍ਹਾਂ ਨੇ ਪਾਈ, ਉਹਨਾਂ ਨੇ ਬੰਦ ਕਟਵਾਏ, ਉਹਨਾਂ ਨੇ ਜ਼ਹਿਰ ਦੇ ਪਿਆਲੇ ਪੀਤੇ, ਉਹ ਸੂਲੀਆਂ ਤੇ ਚੜ ਗਏ, ਉਹ ਦੇਗਾਂ ਵਿੱਚ ਉਬਲ ਗਏ, ਉਹ ਤਵੀਆਂ ਤੇ ਬਹਿ ਗਏ। ਪਰ ਉਹ ਪਿਆਰ ਦੀ ਜਿਹੜੀ ਐਸੀ ਗੰਢ ਪੀੜੀ ਪੈ ਗਈ ਰੱਬ ਜੀ ਦੇ ਨਾਲ, ਉਹ ਕੋਈ ਵੀ ਮੁਸੀਬਤ ਉਸ ਪਿਆਰ ਦੀ ਗੰਢ ਨੂੰ, ਉਸ ਪਿਆਰ ਦੀ ਰੱਸੀ ਨੂੰ ਤੋੜ ਨਾ ਸਕੀ। ਪਰ ਉਹ ਪਿਆਰ ਦੀ ਰੱਸੀ ਇਸ ਮੋਹ ਮਮਤਾ ਦੀਆਂ ਫਾਹੀਆਂ ਨੂੰ ਤੋੜ ਕੇ ਮਨੁੱਖ ਅੱਗੇ ਲੰਘ ਜਾਂਦਾ ਹੈ। ਫਿਰ ਅਕਾਲ ਪੁਰਖ ਜੀ ਕੀ ਕਹਿ ਰਹੇ ਨੇ, ਪ੍ਰਮਾਤਮਾ ਕੀ ਕਹਿੰਦੇ ਨੇ? ਨਾਮਦੇਵ, ਮੈਂ ਗੁਣ ਬੰਧ ਸਗਲ ਕੀ ਜੀਵਨ। ਭਗਤਾਂ ਦੇ ਅੰਦਰ ਸ਼ੁਭ ਗੁਣ ਹੁੰਦੇ ਨੇ, ਉਹ ਗੁਣ ਜਿਹੜੇ ਨੇ ਉਹ ਮੈਨੂੰ ਬੰਨ ਲੈਂਦੇ ਨੇ ਗੁਣਾਂ ਦੁਆਰਾ, ਪਿਆਰ ਦੁਆਰਾ। ਮੈਂ ਗੁਣ ਬੰਧ ਸਗਲ ਕੀ ਜੀਵਨ, ਮੈਂ ਸਾਰੇ ਸੰਸਾਰ ਦੇ ਜੀਵਨ ਦਾ ਜੀਵਨ ਆਸਰਾ ਹਾਂ। ਪਰਮਾਤਮਾ ਜੀ ਕਹਿ ਰਹੇ ਨੇ ਮੇਰੀ ਜੀਵਨ ਤੇ ਮੇਰਾ ਵੀ ਤੇ ਕੋਈ ਜੀਵਨ ਹੋਣਾ ਚਾਹੀਦਾ, ਮੈਨੂੰ ਵੀ ਤੇ ਕਿਸੇ ਦਾ ਕੋਈ ਸਹਾਰਾ ਹੋਣਾ ਚਾਹੀਦਾ ਹੈ। ਰੱਬ ਜੀ ਤੁਹਾਨੂੰ ਕਿਹਦਾ ਸਹਾਰਾ ਏ? ਮੇਰੀ ਜੀਵਨ ਮੇਰੇ ਦਾਸ, ਮੈਨੂੰ ਮੇਰੇ ਦਾਸਾਂ ਦਾ, ਮੇਰੇ ਭਗਤਾਂ, ਮੇਰੇ ਸੰਤਾਂ ਦਾ ਆਸਰਾ ਏ। ਜੇ ਮੈਂ ਜਿਉਂਦਾ ਹਾਂ ਸੰਸਾਰ ਵਿੱਚ ਤੇ ਸੰਤਾਂ ਦੇ ਆਸਰੇ ਜਿਉਂਦਾ ਹਾਂ। ਰੱਬ ਜੀ ਕਹਿ ਰਹੇ ਨੇ। ਸੰਤਾਂ ਦੀ ਕਿੰਨੀ ਵੱਡੀ ਮਹਿਮਾ ਹੋ ਸਕਦੀ ਏ, ਫਿਰ ਆਪਾਂ ਨਹੀਂ ਜਾਣ ਪਾਵਾਂਗੇ, ਆਪਾਂ ਸਮਝ ਵੀ ਨਹੀਂ ਪਾਵਾਂਗੇ, ਔਰ ਉਸ ਮਹਿਮਾ ਨੂੰ ਸ਼ਾਇਦ ਸ਼ਬਦਾਂ ਦੁਆਰਾ ਵਰਣਨ ਵੀ ਨਾ ਕੀਤਾ ਜਾ ਸਕੇ। ਜਿਸ ਮਹਿਮਾ ਦੀ ਗੱਲ ਸਤਿਗੁਰੂ ਗੁਰੂ ਅਰਜਨ ਦੇਵ ਕਰਦੇ ਨੇ, ਜਹ ਅਭਿਗਤ ਭਗਤ ਤਹਿ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਸੰਤਾਂ ਦੀ ਵਡਿਆਈ ਕਿੰਨੀ ਕੁ ਵੱਡੀ ਏ। ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਨਾਮਦੇਵ ਧਿਆਨ ਨਾਲ ਸੁਣ। ਜਾ ਕੇ ਜੀ ਐਸੀ ਤੈਸੋ ਤਾਕੈ ਪ੍ਰੇਮ ਪ੍ਰਗਾਸ। ਜਿਹੋ ਜਿਹੀ ਕਿਸੇ ਦੇ ਮਨ ਅੰਦਰ ਭਾਵਨਾ ਹੁੰਦੀ ਏ, ਉਹੋ ਜਿਹਾ ਹੀ ਉਹਦੇ ਮਨ ਵਿੱਚ ਪ੍ਰੇਮ ਦਾ ਪ੍ਰਕਾਸ਼ ਹੋ ਜਾਂਦਾ ਹੈ।
ਉਹੋ ਜਿਹੀ ਪ੍ਰੇਮ ਦੀ ਲਾਈਟ ਉਹਦੇ ਅੰਦਰ ਬਲ ਪੈਂਦੀ ਏ। ਉਹੋ ਜਿਹੀ ਕਿਸੇ ਫੁੱਲਾਂ ਦੀ ਫੁਲਵਾੜੀ ਵਿੱਚੋਂ ਮਨੁੱਖ ਨੂੰ ਸੁਗੰਧੀ ਆਣੀ ਸ਼ੁਰੂ ਹੋ ਜਾਂਦੀ, ਜਿਹੋ ਜੀ ਉਸ ਦੀ ਭਾਵਨਾ ਹੋਵੇ। ਜੇ ਮਨੁੱਖ ਦੇ ਵਿਚਾਰ ਚੰਗੇ ਨਾ ਹੋਣ, ਜਿੰਨਾ ਮਰਜ਼ੀ ਉਹਦੇ ਤੇ ਸੈਂਟ ਅੰਮ੍ਰਿਤ ਕੋਈ ਰਸ ਛਿੜਕ ਦਿਓ, ਲੇਕਿਨ ਉਹਨੂੰ ਉਹ ਸੁਗੰਧੀ ਪ੍ਰਭਾਵਿਤ ਨਾ ਕਰ ਸਕੇਗੀ। ਜਿੰਨਾ ਮਰਜ਼ੀ ਵਧੀਆ ਤਰਫਲੇਲ ਪਾ ਦਿਓ ਉਹਦੇ ਉੱਤੇ, ਕਿਉਂਕਿ ਉਹਦੀ ਭਾਵਨਾ ਸ਼ੁੱਧ ਨਹੀਂ, ਉਹਦੇ ਅੰਦਰ ਵਿਕਾਰ ਚੱਲਦੇ ਨੇ। ਉਹ ਕਿਸੇ ਕਾਰਨ ਪਰੇਸ਼ਾਨ ਮਨੁੱਖ ਹੈ, ਉਹਨੂੰ ਉਹ ਸਭ ਚੀਜ਼ਾਂ ਪ੍ਰਭਾਵਿਤ ਨਹੀਂ ਕਰ ਸਕਣਗੀਆਂ। ਜੇ ਪ੍ਰਭਾਵਿਤ ਹੋਣਾ ਹੈ ਤੇ ਫਿਰ ਸਾਨੂੰ ਰੱਬ ਜੀ ਵਾਲੇ ਪਾਸੇ ਨੂੰ ਕੋਈ ਪਿਆਰ ਦਾ ਕਦਮ ਪੁੱਟਣਾ ਹੋਏਗਾ। ਪਿਆਰ ਗੱਲੀ ਬਾਤੀ ਨਹੀਂ ਹੁੰਦਾ। ਅਸੀਂ ਬਹੁਤ ਵਾਰੀ ਕਰਦੇ ਕੀ ਆ, ਜੇ ਰੱਬ ਜੀ ਸਾਨੂੰ ਸਭ ਕੁਝ ਦੇਈ ਜਾ ਰਹੇ ਨੇ, ਸਾਰੇ ਕੰਮ ਠੀਕ ਹੋਈ ਜਾ ਰਹੇ ਨੇ, ਇੱਕਦਮ ਮਾਣ ਸਨਮਾਨ ਮਿਲ ਰਿਹਾ, ਸਭ ਠੀਕ ਚੱਲ ਰਿਹਾ ਹੈ, ਬੱਲੇ ਬੱਲੇ ਰੱਬ ਜੀ, ਤੇ ਰੱਬ ਵਰਗਾ ਤੇ ਕੋਈ ਹੋਰ ਹੈ ਹੀ ਨਹੀਂ। ਫਿਰ ਉਹਦਾ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਰਦੇ ਆ। ਤੇ ਜੇ ਕਿਤੇ ਜਰਾ ਜਿੰਨਾ ਨੁਕਸਾਨ ਹੋ ਜਾਏ, ਲੈ ਸਾਰਾ ਦਿਨ ਮੈਂ ਨਾਮ ਜਪਿਆ, ਇਹ ਰੱਬ ਨੇ ਕੀ ਕੀਤਾ ਮੇਰੇ ਨਾਲ। ਇਹਦਾ ਮਤਲਬ ਕੀ ਹੋਇਆ? ਹਿਰਦੇ ਵਿੱਚ ਪਿਆਰ ਨਹੀਂ। ਪਿਆਰ ਵਸਤੂਆਂ ਨਾਲ ਏ, ਪਿਆਰ ਪਦਾਰਥਾਂ ਨਾਲ ਏ, ਰੱਬ ਦੇ ਨਾਂ ਦਾ ਤੇ ਐਵੇਂ ਅਸੀਂ ਬਹਾਨਾ ਮਾਰਦੇ ਆਂ ਪਏ। ਆਓ ਸੰਤਾਂ ਦੀ ਵਡਿਆਈ ਦਾ ਵਰਣਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਬੰਦ ਵਿੱਚ ਕੀਤਾ ਹੈ। ਦੋਹੂ ਪਾਖ ਕਾ ਆਪੇ ਧਣੀ, ਉਨਕੀ ਸ਼ੋਭਾ ਉਨਹੋ ਬਣੀ। ਦੋ ਪੱਖ ਸਾਡੇ ਸਾਹਮਣੇ ਆ ਗਏ, ਇੱਕ ਭਗਤ ਤੇ ਇੱਕ ਪਰਮਾਤਮਾ, ਇੱਕ ਮੋਹ ਮਮਤਾ ਤੇ ਇੱਕ ਪਿਆਰ, ਇੱਕ ਨਿਰਗੁਣ ਤੇ ਇੱਕ ਸਰਗੁਣ, ਇੱਕ ਸੁੰਨ ਸਮਾਧੀ ਤੇ ਇੱਕ ਆਫੁਰਨੇ ਵਾਲੀ ਅਵਸਥਾ। ਇਹ ਦੋ ਪਹਿਲੂ ਨੇ। ਇਹਨਾਂ ਦੋਹਾਂ ਪੱਖਾਂ ਦਾ ਸੁਆਮੀ ਮਾਲਕ ਆਪ ਅਕਾਲ ਪੁਰਖ ਵਾਹਿਗੁਰੂ ਜੀ ਹਨ। ਉਨਕੀ ਸ਼ੋਭਾ ਉਨਹੂ ਬਣੀ। ਇਹ ਸ਼ੋਭਾ ਵਡਿਆਈ ਇੱਕ ਪਾਸੇ ਸੰਤ ਨੇ, ਮਹਾਂਪੁਰਸ਼ ਨੇ, ਇੱਕ ਪਾਸੇ ਪਰਮਾਤਮਾ ਏ। ਇਹਨਾਂ ਦੋਹਾਂ ਪਹਿਲੂਆਂ ਦਾ ਮਾਲਕ ਵੀ ਉਹ ਆਪ ਏ। ਤੇ ਇਹਨਾਂ ਦੋਹਾਂ ਪਹਿਲੂਆਂ ਤੋਂ ਜਿਹੜੀ ਰੱਬ ਜੀ ਦੀ ਵਡਿਆਈ ਤੇ ਸੰਤਾਂ ਦੀ ਵਡਿਆਈ ਜ਼ਾਹਰ ਹੁੰਦੀ ਏ, ਇਹ ਉਹਨਾਂ ਨੂੰ ਹੀ ਬਣ ਆਉਂਦੀ ਏ। ਜਿਵੇਂ ਗੁਰੂ ਅਮਰਦਾਸ ਜੀ ਦੇ ਸੰਬੰਧ ਵਿੱਚ ਬਚਨ ਲਿਖੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਵਡਿਆਈ ਕੇਵਲ ਤੈਨੂੰ ਹੀ ਬਣ ਆਉਂਦੀ ਏ। ਸੰਤਾਂ ਦੀ ਵਡਿਆਈ ਕੇਵਲ ਸੰਤਾਂ ਨੂੰ ਹੀ ਬਣ ਆਉਂਦੀ ਏ। ਰੱਬ ਦੀ ਵਡਿਆਈ ਕੇਵਲ ਰੱਬ ਨੂੰ ਹੀ ਬਣ ਆਉਂਦੀ ਏ। ਉਹੋ ਜਿਹਾ ਕੋਈ ਹੋਰ ਹੈ ਹੀ ਨਹੀਂ ਜਿਹਦੇ ਨਾਲ ਤੁਲਨਾ ਕੀਤੀ ਜਾ ਸਕੇ। ਆਪਹਿ ਕੌਤਕ ਕਰੈ ਆਨੰਦ ਚੋ, ਜੋ ਮਾਲਕ ਆਪ ਹੀ ਇਹ ਸੰਸਾਰ ਰੂਪੀ ਖੇਲ ਤਮਾਸ਼ੇ ਨੂੰ, ਇਸ ਆਨੰਦਮਈ ਚੋਜ ਨੂੰ ਆਪ ਹੀ ਕਰਦਾ ਹੈ। ਆਪਹਿ ਰਸ ਭੋਗਨ ਨਿਰਜੋਗ, ਆਪ ਹੀ ਦਾਤਾ ਹੈ ਤੇ ਆਪ ਹੀ ਭੁਗਤਾ ਹੈ। ਅਸੀਂ ਅੱਗੇ ਰਹਿ ਰਾਸ ਵਿੱਚ ਪਾਠ ਕੀਤਾ ਹੈ ਕਿ ਪਰਮਾਤਮਾ ਆਪ ਹੀ ਦਾਤਾਂ ਦੇ ਦੇਣ ਵਾਲਾ ਦਾਤਾ ਹੈ ਤੇ ਆਪ ਹੀ ਇਹਨਾਂ ਜੀਵਾਂ ਵਿੱਚ ਬੈਠਾ ਹੋਇਆ ਉਹਨਾਂ ਦਾਤਾਂ ਨੂੰ ਭੋਗਣ ਵਾਲਾ ਹੈ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਆਪ ਹੀ ਦਾਤਾ, ਦਾਤਾਂ ਦੇ ਦੇਣ ਵਾਲਾ ਦਾਤਾ ਹੈ ਤੇ ਆਪ ਹੀ ਜੀਵਾਂ ਵਿੱਚ ਬੈਠਾ ਹੋਇਆ ਉਹਨਾਂ ਦਾਤਾਂ ਨੂੰ ਪ੍ਰਾਪਤ ਕਰਕੇ ਭੋਗਣ ਵਾਲਾ ਹੈ। ਤੇ ਨਿਰਜੋਗ ਵੀ ਤੂੰ ਆਪ ਹੀ ਹੈ, ਨਿਰਲੇਪ। ਜੋਗ ਮੈਨੇ ਹੁੰਦਾ ਜੁੜਨਾ, ਨਿਰਜੋਗ ਮੈਨੇ ਹੁੰਦਾ ਵਿਛੜਨਾ। ਨਿਰਜੋਗ ਤੂੰ ਨਿਰਲੇਪ ਵੀ ਆਪ ਹੀ ਹੈ। ਜਿਸ ਭਾਵੈ ਤਿਸ ਆਪਨ ਨਾਏ ਲਾਵੈ। ਇਹ ਤੇਰੀ ਆਪਣੀ ਮਰਜ਼ੀ ਹੈ, ਕਿਉਂਕਿ ਤੇਰੇ ਜਿਹਾ ਕੋਈ ਹੋਰ ਹੈ ਹੀ ਨਹੀਂ ਜਿਹੜਾ ਤੈਨੂੰ ਕੁਝ ਕਹਿ ਸਕੇ। ਹਾਂ, ਇੱਕ ਉਹ ਸ਼ਖਸੀਅਤ ਹੈ ਜਿਹੜੀ ਉਹਨੂੰ ਵੀ ਕੁਝ ਕਹਿ ਸਕਦੀ ਏ। ਉਹ ਸ਼ਖਸੀਅਤ ਹੈ ਸੰਤ, ਉਹ ਸ਼ਖਸੀਅਤ ਹੈ ਗੁਰੂ। ਮੇਰੀ ਬੰਦੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ। ਉਹ ਹੈ ਭਗਤ। ਭਗਤ ਕਿਸੇ ਲਈ ਸਿਫਾਰਿਸ਼ ਕਰ ਦੇਵੇ ਰੱਬ ਜੀ ਕੋਲ ਤੇ ਉਹਦਾ ਵੀ ਬੇੜਾ ਪਾਰ ਹੋ ਜਾਂਦਾ ਹੈ। ਇਹਦੇ 'ਚ ਕੋਈ ਦੂਜੀ ਰਾਏ ਨਹੀਂ, ਕੋਈ ਸ਼ੱਕ ਨਹੀਂ। ਪਰ ਸੰਤ ਹੋਵੇ, ਮੈਂ ਪਹਿਲਾਂ ਗੱਲ ਕੀਤੀ, ਨਕਲੀ ਨਾ ਹੋਵੇ। ਜਿਸ ਭਾਵੈ ਤੇ ਸਿਆਪਨ ਨਾਏ ਲਾਵੈ। ਵਾਹਿਗੁਰੂ ਜੀ ਨੂੰ ਜਿਹੜੇ ਜਿਹੜੇ ਮਨੁੱਖ ਚੰਗੇ ਲੱਗਦੇ ਨੇ,
ਕਿਉਂ ਚੰਗੇ ਲੱਗਦੇ ਨੇ ਆਪਾਂ ਨੂੰ ਨਹੀਂ ਪਤਾ, ਉਹਨੂੰ ਕੀ ਚੰਗਾ ਲੱਗਦਾ ਹੈ ਆਪਾਂ ਨੂੰ ਨਹੀਂ ਪਤਾ। ਪਰ ਮਾਲਕ ਨੇ ਇੱਕ ਰਚਨਾ ਰਚੀ, ਇੱਕ ਖੇਡ ਬਣਾਈ ਏ। ਇਸ ਖੇਡ ਦੇ ਦੋ ਪਾਰਟ ਨੇ, ਜਿਵੇਂ ਉੱਤੇ ਦੂੰ ਪਾਖ ਘਾਪੇ ਧਣੀਏ ਨਾ। ਇਸ ਖੇਡ ਦੇ ਵਿੱਚ ਵੀ ਇੱਕ ਇਹੋ ਜਿਹੇ ਲੋਕ ਨੇ ਪਾਰਟ ਅਦਾ ਕਰ ਰਹੇ ਨੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਬੁਰੀਆਂ ਆਖ ਰਹੇ ਹਾਂ। ਇੱਕ ਕੁਝ ਇਹੋ ਜਿਹੇ ਲੋਕ ਨੇ ਉਹ ਪਾਰਟ ਅਦਾ ਕਰ ਰਹੇ ਨੇ, ਉਹ ਕਰਮ ਕਮਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਸਮਾਜ ਵਿੱਚ ਚੰਗੇ ਆਖਦੇ ਹਾਂ। ਸੋ ਇਸ ਤਰ੍ਹਾਂ ਵੀ ਦੋ ਪਹਿਲੂ ਬਣ ਜਾਂਦੇ ਨੇ, ਦੋ ਪੱਖ ਬਣ ਜਾਂਦੇ ਨੇ। ਇਹ ਖੇਡ ਚੱਲਣੀ ਹੀ ਤਾਂ ਏ ਜਿਹਦੇ ਦੋ ਪੱਖ ਹੋਣਗੇ, ਦਿਨ ਤੇ ਰਾਤ ਹੋਏਗਾ ਤਾਂ ਹੀ ਇਹ ਸਿਸਟਮ ਚੱਲੇਗਾ, ਨਹੀਂ ਤੇ ਟਾਈਮ ਤੇ ਖਤਮ ਹੋ ਜਾਏਗਾ, ਟਾਈਮ ਰਹੇਗਾ ਹੀ ਨਹੀਂ। ਸੋ ਇਹ ਮਾਲਕ ਦੀ ਆਪਣੀ ਮੌਜ ਏ, ਕੁਝ ਨੂੰ ਇਸ ਚੰਗੇ ਹਿੱਸੇ ਵੱਲ ਪਾ ਦਿੰਦਾ ਹੈ, ਕੁਝ ਨੂੰ ਚੰਗੇ ਤੋਂ ਕੱਢ ਕੇ ਬੁਰੇ ਵੱਲ ਪਾ ਦਿੰਦਾ ਹੈ। ਇਹ ਜਿਸ ਭਾਵੈ ਤਿਸ ਖੇਲ ਖਿਲਾਵੈ। ਜਿਹੜਿਆਂ ਜੀਵਾਂ ਨੂੰ ਉਹ ਚਾਹਵੇ ਮਾੜੇ ਪਾਸਿਓਂ ਚੁੱਕ ਕੇ ਚੰਗੇ ਪਾਸੇ ਪਾ ਦੇਵੇ, ਤੇ ਜਿਨ੍ਹਾਂ ਨੂੰ ਚਾਹਵੇ ਚੰਗੇ ਪਾਸਿਓਂ ਚੁੱਕ ਕੇ ਮਾੜੇ ਪਾਸੇ ਵੀ ਪਾ ਦੇਵੇ, ਇਹ ਉਹਦੀ ਆਪਣੀ ਮੌਜ ਏ, ਕਿਉਂਕਿ ਉਸਨੇ ਇਸ ਖੇਲ ਨੂੰ ਜਾਰੀ ਰੱਖਣਾ ਹੈ। ਬੇਸ਼ੁਮਾਰ ਅਥਾ ਅਗਣਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਤਿਗੁਰੂ ਜੀ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਬੇਸ਼ੁਮਾਰ ਹੈ, ਅਥਾਹ ਹੈ। ਉਹ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਆਉਂਦਾ, ਉਹ ਤੋਲ ਵਿੱਚ ਨਹੀਂ ਆਉਂਦਾ, ਭਾਵ ਉਹ ਬੇਅੰਤ ਹੈ, ਬੇਅੰਤ ਹੈ। ਤੇ ਉਹਦੇ ਅੱਗੇ ਅਰਦਾਸ ਕਰਦਿਆਂ ਫਰਮਾਉਂਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਜਿਵੇਂ ਤੁਸੀਂ ਬੁਲਾਉਂਦੇ ਹੋ ਤੇਰਾ ਦਾਸ ਉਸੇ ਤਰ੍ਹਾਂ ਹੀ ਬੋਲਦਾ ਹੈ। ਮੇਰੀ ਆਪਣੀ ਕੋਈ ਪਾਇਆ ਨਹੀਂ ਕਿ ਮੈਂ ਆਪਣੀ ਮਰਜ਼ੀ ਨਾਲ ਕੁਝ ਬੋਲ ਸਕਾਂ। ਸੋ ਇਹਨਾਂ ਸ਼ਬਦਾਂ ਦੇ ਨਾਲ ਅੱਜ ਆਪਾਂ ਇਹ 21ਵੀਂ ਅਸ਼ਟਪਦੀ ਦੀ ਸਮਾਪਤੀ ਕਰਦੇ ਹਾਂ, ਯਾਨੀ ਇਸ ਦੀ ਜੋ ਆਪਾਂ ਵਿਚਾਰ ਕੀਤੀ ਉਸ ਨੂੰ ਪੂਰਿਆਂ ਕਰਦੇ ਹਾਂ। ਸੱਚੇ ਪਾਤਸ਼ਾਹ ਦਇਆ ਕਰਨ, ਇਹ ਸ਼ੁਭ ਵਿਚਾਰਾਂ ਜੋ ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਸਿੱਖਦੇ ਹਾਂ ਉਹ ਸਾਡੇ ਜੀਵਨ ਵਿੱਚ ਵਸ ਜਾਣ। ਸਾਡਾ ਜੀਵਨ, ਅਸੀਂ ਉਹਨਾਂ ਨੂੰ ਜੀਵਨ ਵਿੱਚ ਅਪਣਾ ਲਈਏ ਤੇ ਹੌਲੀ ਹੌਲੀ ਕੋਈ ਕਦਮ ਅੱਗੇ ਰੱਖਣੇ ਸ਼ੁਰੂ ਕਰੀਏ। ਜਿੱਥੇ ਖੜੇ ਹਾਂ ਇੱਥੇ ਖੜੇ ਨਾ ਰਹੀਏ। ਜੇ ਖੜੇ ਰਹੇ ਤੇ ਖੜੀ ਇੱਕੋ ਹੀ ਚੀਜ਼ ਰਹਿੰਦੀ, ਜਿਹੜਾ ਪੱਥਰ ਹੁੰਦਾ, ਜਿਹੜਾ ਨਿਰਜਿੰਦ ਹੁੰਦਾ। ਜਿਨ੍ਹਾਂ ਵਿੱਚ ਜਿੰਦ ਹੁੰਦੀ ਉਹ ਖੜੇ ਨਹੀਂ ਰਹਿੰਦੇ, ਉਹ ਚੱਲਦੇ ਫਿਰਦੇ ਰਹਿੰਦੇ ਨੇ। ਮੈਨੂੰ ਕਈ ਵਾਰੀ ਲੱਗਦਾ ਅਸੀਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ, ਤੇ ਮੈਂ ਕਹਿੰਦਾ ਅਸੀਂ ਜਿੰਦਾ ਜੂ ਹੋਏ। ਜਿੱਦਣ ਨਿਰਜਿੰਦ ਹੋ ਜਾਵਾਂਗੇ ਟਿਕ ਜਾਏਗਾ, ਇਹ ਹਿੱਲਣਾ ਹੀ ਨਹੀਂ, ਜਿੰਨਾ ਮਰਜ਼ੀ ਯਤਨ ਕਰ ਲਿਓ ਫਿਰ ਨਹੀਂ ਹਿੱਲੇਗਾ। ਇਹਦੇ ਵਿੱਚ ਜਿੰਦ ਏ ਤੇ ਹਿੱਲੇਗਾ, ਇਹ ਫੁਰਨੇ ਉੱਠਣਗੇ, ਸਭ ਕੁਝ ਹੋਏਗਾ। ਗੱਲ ਇੰਨੀ ਕਿ ਉਹਨਾਂ ਫੁਰਨਿਆਂ ਨੂੰ ਭਲੇ ਪਾਸੇ ਬਦਲ ਲਈਏ, ਬਸ ਇੰਨਾ ਕੰਮ ਕਰ ਲਈਏ ਤੇ ਕਾਫੀ ਹੋਏਗਾ। ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।